ਸਤਿ ਸ੍ਰੀ ਅਕਾਲ ਜੀ। ਪੰਜਾਬ ਜੋਬਸ ਇਨਫੋ ਚੈਨਲ 'ਚ ਤੁਹਾਡਾ ਸਵਾਗਤ ਹੈ। ਅਸੀਂ ਇਸ ਚੈਨਲ ਰਾਹੀਂ ਤੁਹਾਨੂੰ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਦਿੰਦੇ ਰਹਿੰਦੇ ਹਾਂ। ਅੱਜ ਅਸੀਂ ਤੁਹਾਡੇ ਵਾਸਤੇ ਨਵੀਆਂ ਪੋਸਟਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਆਓ ਹੁਣ ਇਹਨਾਂ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਦੇ ਵਿੱਚ ਗਰੁੱਪ ਸੀ ਦੀਆਂ ਵੱਖ-ਵੱਖ ਵਿਭਾਗਾਂ ਵਿੱਚ ਅਸਾਮੀਆਂ ਕੱਢੀਆਂ ਗਈਆਂ ਹਨ। ਆਓ ਹੁਣ ਇਹਨਾਂ ਦੀ ਡਿਟੇਲ ਵਿੱਚ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵਿਭਾਗ ਦਾ ਨਾਮ ਹੈ ਪਸ਼ੂ ਪਾਲਣ ਵਿਭਾਗ ਪੰਜਾਬ। ਅਸਾਮੀ ਦਾ ਨਾਮ ਹੈ ਲੈਬੋਰਟਰੀ ਸਹਾਇਕ। ਕੁੱਲ 10 ਅਸਾਮੀਆਂ ਹਨ। ਇਸ ਦੀ ਜੋ ਵਿਦਿਅਕ ਯੋਗਤਾ ਹੈ ਉਹ ਇਸ ਪ੍ਰਕਾਰ ਹੈ। ਤੁਹਾਡਾ +2 ਹੋਣਾ ਚਾਹੀਦਾ ਹੈ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਜਾਂ ਮੈਥਮੈਟਿਕਸ ਦੇ ਨਾਲ। ਇਸ ਦੇ ਨਾਲ ਹੀ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਹੈ। ਲੈਬੋਰਟਰੀ ਟੈਕਨੋਲੋਜੀ 2 ਸਾਲ ਦਾ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ। ਇਸ ਤੋਂ ਇਲਾਵਾ ਤੁਹਾਡੇ ਕੋਲ ਡਿਪਲੋਮਾ ਚਾਹੀਦਾ ਹੈ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ 3 ਈਅਰ ਦਾ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ। 10ਵੀਂ ਤੋਂ ਬਾਅਦ 10ਵੀਂ ਸਾਇੰਸ ਦੇ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ। ਅਗਲੀ ਪੋਸਟ ਦਾ ਨਾਮ ਹੈ ਮਿਲਕ ਰਿਕਾਰਡਰ। ਕੁੱਲ 4 ਅਸਾਮੀਆਂ ਹਨ। ਇਸ ਦੇ ਲਈ ਤੁਹਾਡੇ ਕੋਲ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਇਕਨੋਮਿਕਸ, ਸਟੈਟਿਕਸ ਜਾਂ ਮੈਥਮੈਟਿਕਸ ਜਾਂ ਕਮਰਸ ਦੇ ਵਿੱਚ। ਇਸ ਤੋਂ ਇਲਾਵਾ ਤੁਹਾਡੇ ਕੋਲ 120 ਘੰਟਿਆਂ ਦਾ ISO ਕੰਪਿਊਟਰ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜਾਂ ਕਿ ਤੁਹਾਡੇ ਕੋਲ O ਲੈਵਲ ਦਾ ਕੰਪਿਊਟਰ ਸਰਟੀਫਿਕੇਟ ਹੋਵੇ। ਅਗਲੀ ਪੋਸਟ ਦਾ ਨਾਮ ਹੈ ਇਨੂਮਰੇਟਰ ਕੰਪਿਊਟਰ ਪੰਚਰ। ਕੁੱਲ 7 ਅਸਾਮੀਆਂ ਹਨ। ਇਸ ਦੇ ਲਈ ਤੁਹਾਡੇ ਕੋਲ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਇਕਨੋਮਿਕਸ, ਸਟੈਟਿਕਸ, ਮੈਥਮੈਟਿਕਸ ਜਾਂ ਕਮਰਸ ਦੇ ਵਿੱਚ। ਇਸ ਤੋਂ ਇਲਾਵਾ ਤੁਹਾਡੇ ਕੋਲ 120 ਘੰਟਿਆਂ ਦਾ ਕੰਪਿਊਟਰ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜਾਂ ਕਿ ਤੁਹਾਡੇ ਕੋਲ ਡੈਸਕਟਾਪ ਪਬਲਿਸ਼ਿੰਗ ਐਪਲੀਕੇਸ਼ਨ ਦਾ ਕੋਰਸ ਹੋਣਾ ਚਾਹੀਦਾ ਹੈ ਕਿਸੇ ਵੀ ISO ਰਿਕੋਗਨਾਈਜ਼ ਇੰਸਟੀਟਿਊਸ਼ਨ ਤੋਂ ਜਾਂ ਕਿ ਤੁਹਾਡੇ ਕੋਲ O ਲੈਵਲ ਦਾ ਕੰਪਿਊਟਰ ਕੋਰਸ ਹੋਵੇ। ਅੱਗੇ ਹੈ ਪੋਸਟ ਦਾ ਨਾਮ ਮਸ਼ੀਨ ਆਪਰੇਟਰ। ਕੁੱਲ 1 ਅਸਾਮੀ ਹੈ। ਇਸ ਦੇ ਲਈ ਤੁਹਾਡੇ ਕੋਲ 10ਵੀਂ ਅਤੇ +2 ਪਾਸ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ 2 ਸਾਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਨ ਰੈਫ੍ਰਿਜਰੇਸ਼ਨ ਕਿਸੇ ਵੀ ITI ਤੋਂ। ਔਰ ਤੁਹਾਡੇ ਕੋਲ ਕੀ ਐਕਸਪੀਰੀਅੰਸ ਹੋਣਾ ਚਾਹੀਦਾ ਹੈ 에ਅਰ ਕੰਡੀਸ਼ਨਿੰਗ ਦਾ, ਰੈਫ੍ਰਿਜਰੇਸ਼ਨ ਦਾ ਔਰ ਕੋਲਡ ਸਟੋਰੇਜ ਦਾ। ਅੱਗੇ ਪੋਸਟ ਦਾ ਨਾਂ ਇਨਕੂਬੇਟਰ ਆਪਰੇਟਰ। ਕੁੱਲ 1 ਅਸਾਮੀ ਹੈ। ਇਸ ਦੇ ਲਈ ਤੁਹਾਡਾ ਮੈਟ੍ਰਿਕ 2nd ਡਿਵੀਜ਼ਨ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈ ਜਾਂ ਤੁਹਾਡਾ +2 ਪਾਸ ਕੀਤੀ ਹੋਵੇ ਫਿਜ਼ਿਕਸ ਅਤੇ ਕੈਮਿਸਟਰੀ ਦੇ ਨਾਲ। ਇਸ ਦੇ ਨਾਲ ਹੀ 2 ਸਾਲ ਦੀ ITI ਕੋਰਸ ਚਾਹੀਦਾ ਹੈ ਇਲੈਕਟ੍ਰੀਕਲ ਟ੍ਰੇਡ ਦੇ ਵਿੱਚ। ਅੱਗੇ ਪੋਸਟ ਦਾ ਨਾਮ ਲਾਈਵ ਸਟਾਕ ਸੁਪਰਵਾਈਜ਼ਰ। ਕੁੱਲ 2 ਅਸਾਮੀਆਂ ਹਨ। ਇਸ ਦੇ ਲਈ ਤੁਹਾਡਾ +2 ਪਾਸ ਹੋਣਾ ਚਾਹੀਦਾ ਹੈ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਨਾਲ ਕਿਸੇ ਵੀ ਰਿਕੋਗਨਾਈਜ਼ ਬੋਰਡ। ਇਸ ਦੇ ਨਾਲ ਹੀ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਹੈ ਵੈਟਰਨਰੀ ਸਾਇੰਸ ਅਤੇ ਐਨੀਮਲ ਹੈਲਥ ਟੈਕਨੋਲੋਜੀ ਦੇ ਵਿੱਚ 2 ਸਾਲ ਦਾ। ਅੱਗੇ ਪੋਸਟ ਦਾ ਨਾਮ ਆਟੋਕਲੇਵ ਆਪਰੇਟਰ ਮਸ਼ੀਨ ਆਪਰੇਟਰ। ਕੁੱਲ ਹੈ 1 ਅਸਾਮੀ। ਇਸ ਦਾ ਤੁਹਾਡਾ 10ਵੀਂ ਜਾਂ +2 ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤੁਹਾਡੇ ਕੋਲ 2 ਸਾਲ ਦਾ ਸਰਟੀਫਿਕੇਟ ਚਾਹੀਦਾ ਹੈ ਮਕੈਨੀਕਲ ਟ੍ਰੇਡ ਦੇ ਵਿੱਚ ਕਿਸੇ ਵੀ ITI ਤੋਂ। ਇਸ ਤੋਂ ਇਲਾਵਾ ਤੁਹਾਡੇ ਕੋਲ ਨੌਲੇਜ ਹੋਣੀ ਚਾਹੀਦੀ ਹੈ ਰਨਿੰਗ ਐਂਡ ਮੇਨਟੇਨੈਂਸ ਆਫ ਬਲਕ ਸਟੈਰਲਾਈਜ਼ਰ ਇਲੈਕਟ੍ਰੀਕਲ ਔਰ ਸਟੀਮ ਹੀਟਰ ਦੀ। ਅੱਗੇ ਜੀ ਪੋਸਟ ਦਾ ਨਾਮ ਪੋਲਟਰੀ ਸਟੋਰ ਕੀਪਰ। ਕੁੱਲ 1 ਅਸਾਮੀ ਹੈ। ਇਸ ਦੇ ਲਈ ਤੁਹਾਡੇ ਕੋਲ BSc ਹੋਣੀ ਚਾਹੀਦੀ ਹੈ ਵਿਦ ਜ਼ੂਲੋਜੀ ਐਜ਼ ਵਨ ਆਫ ਦਾ ਸਬਜੈਕਟ
ਜਾਂ ਤੁਹਾਡੇ ਕੋਲ BSc ਜ਼ੂਲੋਜੀ ਹੋਵੇ। ਇਸ ਤੋਂ ਇਲਾਵਾ 6 ਮੰਥ ਦਾ ਟ੍ਰੇਨਿੰਗ ਕੋਰਸ ਹੋਣਾ ਚਾਹੀਦਾ ਹੈ ਰਿਲੇਟਡ ਵਿਦ ਪੋਲਟਰੀ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ। ਅੱਗੇ ਹੈ ਜੀ ਪੋਸਟ ਦਾ ਨਾਮ ਲੈਬੋਰਟਰੀ ਟੈਕਨੀਸ਼ੀਅਨ। ਕੁੱਲ 7 ਅਸਾਮੀਆਂ ਹਨ। ਇਸ ਦੇ ਲਈ ਤੁਹਾਡੇ ਕੋਲ BSc ਹੋਣੀ ਚਾਹੀਦੀ ਹੈ ਬਾਇਓਲੋਜੀ, ਮਾਈਕਰੋਬਾਇਓਲੋਜੀ, ਬਾਇਓਟੈਕਨੋਲੋਜੀ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ। ਇਸ ਤੋਂ ਇਲਾਵਾ ਤੁਹਾਡੇ ਕੋਲ 120 ਘੰਟਿਆਂ ਦਾ ਕੰਪਿਊਟਰ ਕੋਰਸ ਹੋਣਾ ਚਾਹੀਦਾ ਹੈ ਕਿਸੇ ਵੀ ISO ਇੰਸਟੀਚਿਊਟ ਤੋਂ, ਜਾਂ ਕਿ ਤੁਹਾਡੇ ਕੋਲ O ਲੈਵਲ ਦਾ ਸਰਟੀਫਿਕੇਟ ਹੋਵੇ ਕਿਸੇ ਵੀ ਗਵਰਨਮੈਂਟ ਇੰਸਟੀਚਿਊਟ ਤੋਂ। ਅੱਗੇ ਜੀ ਦਾ ਨਾਮ ਡੇਅਰੀ ਵਿਕਾਸ ਵਿਭਾਗ। ਅਸਾਮੀ ਦਾ ਨਾਮ ਹੈ ਜੀ ਸਹਾਇਕ ਕੈਮਿਸਟ। ਕੁੱਲ 1 ਅਸਾਮੀ ਹੈ। ਇਸ ਦੇ ਲਈ ਤੁਹਾਡੀ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਵਿਦ ਕੈਮਿਸਟਰੀ ਐਜ਼ ਅ ਵਨ ਆਫ ਦਾ ਸਬਜੈਕਟ, ਜਾਂ ਕਿ ਤੁਸੀਂ ਗ੍ਰੈਜੂਏਟ ਹੋਵੋ ਐਨੀਮਲ ਨਿਊਟ੍ਰੀਸ਼ਨ ਐਜ਼ ਵਨ ਆਫ ਦਾ ਸਬਜੈਕਟ, ਜਾਂ ਕਿ ਤੁਹਾਡਾ ਗ੍ਰੈਜੂਏਟ ਹੋਣਾ ਚਾਹੀਦਾ ਹੈ ਫੂਡ ਪ੍ਰੋਸੈਸਿੰਗ ਔਰ ਡੇਅਰੀ ਟੈਕਨੋਲੋਜੀ ਦੇ ਵਿੱਚ। ਅੱਗੇ ਹੈ ਜੀ ਅਸਾਮੀ ਦਾ ਨਾਮ ਡਰਾਈਵਰ। ਕੁੱਲ 1 ਅਸਾਮੀ ਹੈ। ਇਸ ਦਾ ਤੁਹਾਡਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਔਰ ਇਸ ਦੇ ਨਾਲ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਹੈਵੀ ਵਹੀਕਲ ਔਰ ਲਾਈਟ ਵਹੀਕਲ ਵਾਸਤੇ। ਅੱਗੇ ਜੀ ਵਿਭਾਗ ਦਾ ਨਾਮ ਸੈਰ ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਪੁਰਾਲੇਖ ਵਿਭਾਗ ਪੰਜਾਬ। ਅਸਾਮੀ ਦਾ ਨਾਮ ਹੈ ਰੀਸਟੋਰਰ। ਕੁੱਲ 1 ਅਸਾਮੀ ਹੈ। ਇਸ ਦੇ ਲਈ ਤੁਹਾਡਾ +2 ਪਾਸ ਹੋਣਾ ਜ਼ਰੂਰੀ ਹੈ, ਪਰ ਕਿ ਤੁਹਾਡੇ ਕੋਲ ਪੰਜਾਬੀ ਦਾ ਸਬਜੈਕਟ ਹੋਣਾ ਜ਼ਰੂਰੀ ਹੈ। ਅੱਗੇ ਹੈ ਵਿਭਾਗ ਦਾ ਨਾਮ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ। ਅਸਾਮੀ ਦਾ ਨਾਮ ਹੈ ਲੈਬ ਟੈਕਨੀਸ਼ੀਅਨ। ਕੁੱਲ 3 ਅਸਾਮੀਆਂ ਹਨ। ਇਸ ਦੇ ਲਈ ਤੁਹਾਡਾ ਗ੍ਰੈਜੂਏਟ ਹੋਣਾ ਚਾਹੀਦਾ ਹੈ ਲੈਬ ਟੈਕਨੀਸ਼ੀਅਨ ਬਾਇਓਲੋਜੀ ਔਰ ਕੈਮਿਸਟਰੀ ਔਰ ਬਾਇਓਟੈਕਨੋਲੋਜੀ ਔਰ ਮਾਈਕਰੋਬਾਇਓਲੋਜੀ ਜਾਂ ਬਾਇਓ ਇਨਫੋਰਮੈਟਿਕ, ਜਾਂ ਕਿ ਫੋਰੈਂਸਿਕ ਸਾਇੰਸ ਦੇ ਵਿੱਚ, ਜਾਂ ਨਰਸਿੰਗ ਦੀ ਤੁਸੀਂ ਡਿਗਰੀ ਕੀਤੀ ਹੋਵੇ। ਇਹਨਾਂ ਡਿਗਰੀਆਂ ਦੇ ਵਿੱਚੋਂ ਤੁਸੀਂ ਕਿਸੇ ਵੀ ਵਿੱਚ ਡਿਗਰੀ ਕੀਤੀ ਹੋਵੇ। ਪੋਸਟ ਦਾ ਨਾਮ ਲੈਬੋਰਟਰੀ ਸਹਾਇਕ। ਕੁੱਲ 1 ਅਸਾਮੀ ਹੈ। ਇਸ ਦੇ ਲਈ ਤੁਹਾਡਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਸਾਇੰਸ ਦੇ ਨਾਲ। ਇਸ ਦੇ ਨਾਲ ਹੀ ਤੁਹਾਡੇ ਕੋਲ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਲੈਬੋਰਟਰੀ ਅਟੈਂਡੈਂਟ ਦਾ ਕਿਸੇ ਵੀ ਰਿਕੋਗਨਾਈਜ਼ਡ ਇੰਸਟੀਚਿਊਟ ਜਾਂ ਗਵਰਨਮੈਂਟ ਇੰਸਟੀਚਿਊਟ। ਅੱਗੇ ਜੀ ਪੋਸਟ ਦਾ ਨਾਮ ਮਲਟੀਪਰਪਜ਼ ਫਿਸ਼ਰਜ਼ ਸਕਿਲਡ ਵਰਕਰ। ਕੁੱਲ 6 ਅਸਾਮੀਆਂ ਹਨ। ਇਸ ਦੇ ਲਈ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ। ਆਓ ਹੁਣ ਦੇਖਦੇ ਹਾਂ ਇਹਨਾਂ ਅਸਾਮੀਆਂ ਲਈ ਉਮਰ ਸੀਮਾ ਕੀ ਹੋਣੀ ਚਾਹੀਦੀ ਹੈ। ਕਿਸੇ ਵੀ ਜਰਨਲ ਸ਼੍ਰੇਣੀ ਦੀ ਉਮੀਦਵਾਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜਰਨਲ ਸ਼੍ਰੇਣੀ ਦੀ ਉਮੀਦਵਾਰ ਦੀ ਉੱਪਰਲੀ ਉਮਰ ਸੀਮਾ 37 ਸਾਲ ਹੋਣੀ ਚਾਹੀਦੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਮਰ ਵੱਧ ਤੋਂ ਵੱਧ 42 ਸਾਲ ਹੋਣੀ ਚਾਹੀਦੀ ਹੈ। ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉੱਪਰਲੀ ਉਮਰ ਸੀਮਾ 45 ਸਾਲ ਤੱਕ ਹੋਣੀ ਚਾਹੀਦੀ ਹੈ। ਆਓ ਹੁਣ ਦੇਖਦੇ ਹਾਂ ਇਹਨਾਂ ਪੋਸਟਾਂ ਦੀ ਜੋ ਐਪਲੀਕੇਸ਼ਨ ਫਾਰਮ ਦੀ ਫੀਸ ਕੀ ਹੋਵੇਗੀ। ਜਰਨਲ ਕੈਟਾਗਰੀ ਲਈ ਫੀਸ 1000 ਰੁਪਇਆ, SC BC ਲਈ ਅਤੇ EWS ਲਈ 250 ਰੁਪਏ, ਸਾਬਕਾ ਫੌਜੀ, ਐਕਸ ਸਰਵਿਸਮੈਨ ਅਤੇ ਡਿਪੈਂਡੈਂਟ ਲਈ 200 ਰੁਪਏ, ਫਿਜ਼ੀਕਲ ਹੈਂਡੀਕੈਪਡ ਲਈ 500 ਰੁਪਏ ਫੀਸ ਹੋਵੇਗੀ। ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ www.punjab.gov.in ਦੇ ਆਨਲਾਈਨ ਐਪਲੀਕੇਸ਼ਨ ਅਧੀਨ ਮੁਹੱਈਆ ਕਰਵਾਏ ਗਏ ਲਿੰਕ ਤੇ ਜਾ ਕੇ ਇਹ ਫਾਰਮ ਮਿਤੀ 1/7/22 ਤੋਂ 1/8/22 ਸ਼ਾਮ ਦੇ 5 ਵਜੇ ਤੱਕ ਭਰ ਸਕਦੇ ਹੋ। ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਬਾਅਦ ਫੀਸ ਕਰਨ ਦੀ ਆਖਰੀ ਮਿਤੀ 4/8/22 ਹੋਵੇਗੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ
ਤੇ ਸਾਡੀਆਂ ਵੀਡੀਓ ਤੁਹਾਨੂੰ ਇਨਫੋਰਮੇਟਿਵ ਅਤੇ ਜਾਣਕਾਰੀ ਭਰਪੂਰ ਲੱਗ ਰਹੀਆਂ ਹਨ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ।